रेडियो पंजाब टुडे तो मैं गुरजीत हाज़र हाँ एक नवीं कहानी दे नाल। अज असीं तुहाडे नाल सांझी करांगे हरदीप सिंह गरेवाल थरीके जी की लिखी हुई कहानी भुट्टो दा भूत। ते आओ सुनदे हां। पिंकी अजे न्याणी ही सी, पहली जमात च ही दाखला लिया सी। 6 साल दे बच्चे नूं उस समय सरकारी स्कूल च दाखल करदे सी। प्राइवेट स्कूल उस समय नहीं हुंदे सी। जदों शौकत अली भुट्टो दे मुੱਛ फुੱਟਣ लगी सी। गुंदवें शरीर दा गभरू भुट्टो जदों कबड्डी खेडदा तां देखण वालियां दे साह रुक जांदे। पढ़न च भी ਉਹ ਹੁਸ਼ਿਆਰ विद्यार्थी सी। वेले समय हाणियां नाल दरवाजे दे चौतरे ते बैठ के ਉਹ ताश खेडदा रहिंदा। पिंकी भुट्टो नूं चंगी तरह जानदी सी कि ਇਹ ਮੁਹੰਮਦ ਅਲੀ ਦਾ ਮੁੰਡਾ ਹੈ। ਮੁਸਲਮਾਨਾਂ ਦੇ ਪਿੰਡ ਵਿੱਚ 3-4 ਕੁ ਘਰ ਸੀ। ਪਿੰਕੀ ਅਕਸਰ ਆਪਣੀਆਂ ਹਾਨਣਾਂ ਨਾਲ ਦਰਵਾਜ਼ੇ ਦੇ ਚੌਤਰੇ ਤੇ ਇੱਕ ਪਾਸੇ ਰੋੜੇ ਖੇਡਦੀ, ਕਦੇ 12 ਡੀਟੀ ਖੇਡਦੀ। ਭੁੱਟੋ ਵੀ ਸ਼ਾਇਦ ਜਾਣਦਾ ਹੋਵੇ ਕਿ ਪਿੰਕੀ ਕਿੰਨਾਂ ਦੀ ਕੁੜੀ ਹੈ। ਫਿਰ ਇੱਕ ਦਿਨ ਦਰਵਾਜ਼ੇ ਲੋਕੀ ਗੱਲਾਂ ਕਰਨ ਲੱਗੇ ਬਈ ਭੁੱਟੋ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਗੱਲਾਂ ਸੁਣ ਕੇ ਪਿੰਕੀ ਦੇ ਹੌਲ ਪੈ ਗਿਆ ਕਿ ਭੁੱਟੋ ਨੇ ਅਜਿਹਾ ਕੀ ਕੰਮ ਕਰ ਦਿੱਤਾ ਕਿ ਉਹਨੂੰ ਪੁਲਿਸ ਫੜ ਕੇ ਲੈ ਗਈ। ਭੁੱਟੋ ਦੇ ਹਾਣੀ ਦਰਵਾਜ਼ੇ 'ਚ ਤਾਸ਼ ਖੇਡਦੇ ਤੇ ਪਿੰਕੀ ਆਪਣੀਆਂ ਸਹੇਲੀਆਂ ਨਾਲ ਉੱਥੇ ਰੋੜੇ ਖੇਡਦੀ। ਪਰ ਭੁੱਟੋ ਦੀ ਗੈਰ ਹਾਜ਼ਰੀ ਪਿੰਕੀ ਨੂੰ ਰੜਕਦੀ ਰਹਿੰਦੀ। ਇਸ ਤਰ੍ਹਾਂ 2-3 ਮਹੀਨੇ ਹੋਰ ਗੁਜ਼ਰ ਗਏ। ਕਦੇ ਕਦਾਈ ਭੁੱਟੋ ਦੀ ਗੱਲ ਦਰਵਾਜ਼ੇ ਚੱਲਦੀ ਤਾਂ ਪਿੰਕੀ ਧਿਆਨ ਨਾਲ ਸੁਣਦੀ। ਇੱਕ ਦਿਨ ਪਿੰਕੀ ਤਰਲੋਕ ਕੀ ਭੱਠੀ ਤੇ ਦਾਣੇ ਭਨਾਉਣ ਗਈ। ਉਹਨੇ ਸੁਣਿਆ ਕਿ ਭੁੱਟੋ ਨੂੰ ਫਾਂਸੀ ਦੀ ਸਜ਼ਾ ਹੋ ਗਈ। ਇਹ ਗੱਲ ਸਾਰੇ ਪਿੰਡ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਫਾਂਸੀ ਦਾ ਕੀ ਮਤਲਬ ਹੁੰਦਾ ਪਿੰਕੀ ਨੂੰ ਨਹੀਂ ਸੀ ਪਤਾ। ਬਸ ਉਹ ਲੋਕਾਂ ਦੇ ਚਿਹਰੇ ਪੜ੍ਹਦੀ ਕਿ ਭੁੱਟੋ ਨਾਲ ਕੁਝ ਬਹੁਤ ਹੀ ਮਾੜਾ ਵਾਪਰਨ ਵਾਲਾ ਹੈ। ਪਿੰਕੀ ਨੇ ਘਰੇ ਆ ਕੇ ਆਪਣੀ ਮਾਂ ਨੂੰ ਪੁੱਛਿਆ, ਬੀਬੀ ਫਾਂਸੀ ਕੀ ਹੁੰਦੀ ਹੈ? ਉਹਦੀ ਮਾਂ ਨੇ ਉਹਨੂੰ ਫਾਂਸੀ ਬਾਰੇ ਦੱਸਿਆ ਤਾਂ ਉਹ ਕੋਠੇ ਤੇ ਜਾ ਕੇ ਕਾਫੀ ਦੇਰ ਕੱਲੀ ਰੋਂਦੀ ਰਹੀ। ਉਹਨੇ ਉਸ ਦਿਨ ਰਾਤ ਦੀ ਰੋਟੀ ਵੀ ਨਾ ਖਾਧੀ। ਫਿਰ ਫਾਂਸੀ ਵਾਲਾ ਦਿਨ ਵੀ ਆ ਗਿਆ। ਭੁੱਟੋ ਨੂੰ ਫਾਂਸੀ ਲਾ ਦਿੱਤਾ ਗਿਆ। ਸਾਰੇ ਪਿੰਡ 'ਚ ਭੁੱਟੋ ਦੀਆਂ ਹੀ ਗੱਲਾਂ ਹੋ ਰਹੀਆਂ ਸੀ। ਫਿਰ ਹੌਲੀ-ਹੌਲੀ ਦਿਨ ਬੀਤਦੇ ਗਏ। ਭੁੱਟੋ ਦੀ ਗੱਲ ਵੀ ਪੁਰਾਣੀ ਹੁੰਦੀ ਗਈ। ਪਰ ਪਿੰਕੀ ਨੂੰ ਭੁੱਟੋ ਤੋਂ ਬਿਨਾਂ ਦਰਵਾਜ਼ਾ ਸੁੰਨਾ-ਸੁੰਨਾ ਲੱਗਦਾ। ਉਸਦੀ ਮਾਂ ਉਹਨੂੰ ਦੁਪਹਿਰੇ ਬਾਹਰ ਖੇਡਣ ਜਾਣ ਤੋਂ ਰੋਕਦੀ ਹੋਈ ਕਈ ਵਾਰ ਕਹਿੰਦੀ, ਨੀ ਪਿੰਕੀਏ ਦੁਪਹਿਰੇ ਬਾਹਰ ਨਾ ਜਾਇਆ ਕਰ ਖੇਡਣ, ਭੂਤਾਂ ਫੜ ਕੇ ਲੈ ਜਾਂਦੀਆਂ ਨੇ। ਪਿੰਕੀ ਨੂੰ ਦੱਸਿਆ ਗਿਆ ਸੀ ਵੀ ਅਨਿਆਈ ਮੌਤ ਮਰਿਆ ਬੰਦਾ ਮਰ ਕੇ ਭੂਤ ਬਣ ਜਾਂਦਾ ਹੈ ਤੇ ਕਈ ਭੂਤ ਬਣੇ ਬੰਦੇ ਦਰਵਾਜ਼ੇ ਵਾਲੇ ਪਿੱਪਲ ਉੱਤੇ ਰਹਿੰਦੇ ਐ। ਉਹ ਇਹ ਗੱਲਾਂ ਸੁਣ ਕੇ ਹੋਰ ਵੀ ਡਰ ਜਾਂਦੀ। ਭੁੱਟੋ ਦੀ ਫਾਂਸੀ ਤੋਂ ਬਾਅਦ ਉਹ ਕਦੇ ਵੀ ਦੁਪਹਿਰੇ ਬਾਹਰ ਖੇਡਣ ਨਾ ਗਈ। ਪਿੰਕੀ ਦਰਵਾਜ਼ੇ ਵਾਲੇ ਪਿੱਪਲ ਨੂੰ ਗੌਰ ਨਾਲ ਦੇਖਦੀ ਤੇ ਸੋਚਦੀ ਕਿ ਹੁਣ ਭੁੱਟੋ ਵੀ ਪਿੱਪਲ ਤੇ ਰਹਿੰਦਾ ਹੋਊ। ਪਿੱਪਲ ਦੇ ਪੱਤੇ ਹਵਾ ਨਾਲ ਖੜਕਦੇ ਤਾਂ ਪਿੰਕੀ ਨੂੰ ਇਉਂ ਲੱਗਦਾ ਜਿਵੇਂ ਭੁੱਟੋ ਪਿੱਪਲ ਦੇ ਦਰਖਤ ਉੱਤੇ ਬੈਠਾ ਤਾੜੀਆਂ ਵਜਾ ਰਿਹਾ ਹੋਵੇ। ਇੱਕ ਦਿਨ ਪਿੰਕੀ ਦਾ ਮਾਮਾ ਸਿਖਰ ਦੁਪਹਿਰੇ ਮਿਲਣ ਆ ਗਿਆ। ਪਿੰਕੀ ਦੀ ਮਾਂ ਨੇ ਪਿੰਕੀ ਨੂੰ ਰਾਮਦਿਆਲ ਕੀ ਹੱਟੀ ਤੋਂ 50 ਪੈਸੇ ਦੇ ਕੇ ਬਰਫ਼ ਲੈਣ ਲਈ ਭੇਜ ਦਿੱਤਾ। ਉਸ ਸਮੇਂ ਪਿੰਡ ਦੇ ਕਿਸੇ ਘਰ ਵਿੱਚ ਨਾ ਫਰਿੱਜ ਸੀ ਤੇ ਨਾ ਹੀ ਟੈਲੀਵਿਜ਼ਨ ਹੁੰਦਾ ਸੀ। ਭਾਵੇਂ ਪਿੰਡ ਵਿੱਚ ਬਿਜਲੀ ਆਈ ਨੂੰ 10 ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਸੀ। ਸਿਖਰ ਦੁਪਹਿਰਾ, ਹਾੜ ਦਾ ਮਹੀਨਾ, ਰਸਤੇ 'ਚ ਵੀ ਕੋਈ ਨਹੀਂ ਸੀ। ਦਰਵਾਜ਼ਾ ਵੀ ਸੁੰਨਸਾਨ ਪਿਆ ਸੀ। ਕੱਲਾ ਦਰਬਾਰਾ ਦਰਵਾਜ਼ੇ ਦੀ ਕੰਧ ਨਾਲ ਛਾਵੇਂ ਸੁੱਤਾ ਪਿਆ ਸੀ। ਉਹਦਾ ਪੱਕਾ ਟਿਕਾਣਾ ਦਰਵਾਜ਼ਾ ਹੀ ਸੀ। ਉਹਦੀ ਇੱਕ ਲੱਤ ਪੋਲੀਓ ਕਰਕੇ ਨਕਾਰਾ ਹੋ ਗਈ ਸੀ। ਕੋਈ ਕੰਮ ਨਹੀਂ ਸੀ ਕਰ ਸਕਦਾ। ਪਤਾ ਨਹੀਂ ਉਹਦਾ ਕਿਹੜਾ ਪਿੰਡ ਸੀ। ਉਹ ਰੋਟੀ ਪਿੰਡ 'ਚੋਂ ਮੰਗ ਕੇ ਖਾ ਲੈਂਦਾ ਤੇ ਦਰਵਾਜ਼ੇ 'ਚ ਆਪਣਾ ਬਿਸਤਰਾ ਵਿਛਾ ਕੇ ਸੌਂ ਜਾਂਦਾ। ਜਦੋਂ ਪਿੰਕੀ ਦਰਵਾਜ਼ੇ ਵਾਲਾ ਮੋੜ ਮੁੜੀ ਤਾਂ ਸਾਹਮਣੇ ਉਹਨੂੰ ਕਾਲੇ ਕੱਪੜਿਆਂ 'ਚ
ਵਾਲ ਖਿਲਾਰੀ ਆਉਂਦਾ ਭੁੱਟੋ ਦਿਖਾਈ ਦਿੱਤਾ। ਉਹਦਾ ਸਾਹ ਉੱਪਰਲਾ ਉੱਪਰ ਤੇ ਥੱਲੇ ਦਾ ਥੱਲੇ ਰਹਿ ਗਿਆ। ਉਸਨੇ ਘਰ ਨੂੰ ਵਾਪਸ ਭੱਜਣ ਬਾਰੇ ਸੋਚਿਆ, ਪਰ ਨਹੀਂ, ਉਹ ਭੁੱਟੋ ਤੋਂ ਤੇਜ਼ ਨਹੀਂ ਸੀ ਭੱਜ ਸਕਦੀ। ਨਾਲੇ ਭੁੱਟੋ ਦੇ ਭੂਤ ਤੋਂ ਤੇਜ਼ ਦੌੜਨਾ ਤਾਂ ਨਾਮੁਮਕਿਨ ਸੀ। ਉਹਨੂੰ ਧਰਤੀ ਵੇਲ ਨਹੀਂ ਸੀ ਦੇ ਰਹੀ। ਉਹਨੇ ਸਾਰਾ ਰਸਤਾ ਭੁੱਟੋ ਨੂੰ ਛੱਡ ਦਿੱਤਾ ਤੇ ਆਪ ਖਾਲੀ ਦੇ ਨਾਲ-ਨਾਲ ਹੌਲੀ-ਹੌਲੀ ਤੁਰਨ ਲੱਗੀ। ਜਿਉਂ-ਜਿਉਂ ਭੁੱਟੋ ਉਹਦੇ ਨਜ਼ਦੀਕ ਆ ਰਿਹਾ ਸੀ, ਉਹਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ। ਫਿਰ ਹੌਲੀ-ਹੌਲੀ ਭੁੱਟੋ ਆਪਣੀ ਤੋਰ ਤੁਰਦਾ ਪਿੰਕੀ ਵੱਲ ਬਿਨਾਂ ਵੇਖੇ ਅੱਗੇ ਲੰਘ ਗਿਆ। ਪਿੰਕੀ ਨੇ ਸੋਚਿਆ ਕਿ ਇਹ ਹੁਣ ਜਾ ਕੇ ਪਿੱਪਲ ਤੇ ਚੜੂ, ਜੋ ਭੂਤਾਂ ਦਾ ਪੱਕਾ ਟਿਕਾਣਾ ਸੀ। ਪਿੰਕੀ ਨੇ ਬਰਫ਼ ਲਈ ਤੇ ਵਾਪਸ ਉਹ ਦਰਵਾਜ਼ੇ ਵਾਲੇ ਰਾਹ ਨਾ ਆਈ। ਉਹ ਲੰਮਾ ਗੇੜ ਪਾ ਕੇ ਮਿੰਦਰੀ ਕੀ ਪੀਹੀ ਚੋਂ ਲੰਘ ਕੇ ਆਪਣੇ ਘਰ ਆਈ। ਘਰੇ ਆ ਕੇ ਉਹਨੇ ਭੁੱਟੋ ਦੇ ਭੂਤ ਬਾਰੇ ਕਿਸੇ ਨਾਲ ਕੋਈ ਗੱਲ ਨਾ ਕੀਤੀ। ਉਹਨੂੰ ਦਰਵਾਜ਼ੇ ਵਾਲੇ ਪਿੱਪਲ ਤੋਂ ਹੋਰ ਵੀ ਡਰ ਲੱਗਣ ਲੱਗ ਪਿਆ ਸੀ। ਅਗਲੇ ਦਿਨ ਉਹ ਗੁੰਮਸੁੰਮ ਹੋਈ ਸਕੂਲ ਗਈ। ਸਕੂਲ ਵਿੱਚ ਵੀ ਉਸਨੇ ਕਿਸੇ ਨਾਲ ਕੋਈ ਗੱਲ ਨਾ ਕੀਤੀ। ਭੁੱਟੋ ਦਾ ਭੂਤ ਉਸਦੇ ਦਿਮਾਗ 'ਚ ਵੜ ਗਿਆ ਸੀ। ਸਾਰੀ ਛੁੱਟੀ ਹੋਈ ਤੋਂ ਜਦੋਂ ਪਿੰਕੀ ਸਕੂਲੋਂ ਵਾਪਸ ਆ ਰਹੀ ਸੀ ਤਾਂ ਉਹਨੇ ਦਰਵਾਜ਼ੇ ਕੋਲ ਆ ਕੇ ਜੋ ਦੇਖਿਆ, ਉਹਨੇ ਪਿੰਕੀ ਦੇ ਹੋਸ਼ ਹੀ ਉਡਾ ਦਿੱਤੇ। ਉਹੀ ਕੱਲ ਵਾਲੇ ਕਾਲੇ ਕੱਪੜੇ ਪਾਈ ਭੁੱਟੋ ਦਰਵਾਜ਼ੇ ਬੈਠਾ ਆਪਣੇ ਸਾਥੀਆਂ ਨਾਲ ਤਾਸ਼ ਖੇਡ ਰਿਹਾ ਸੀ। ਭੁੱਟੋ ਨਾਲ ਖੇਡਣ ਵਾਲੇ ਵੀ ਉਹੀ ਲੋਕ ਸੀ ਜੋ ਭੁੱਟੋ ਦੀ ਫਾਂਸੀ ਦੀਆਂ ਗੱਲਾਂ ਕਰਦੇ ਸੀ। ਪਿੰਕੀ ਦੇ ਗੱਲ ਸਮਝ ਨਹੀਂ ਸੀ ਆ ਰਹੀ, ਪਰ ਉਹਨੇ ਪੁੱਛਿਆ ਵੀ ਕਿਸੇ ਤੋਂ ਕੁਝ ਨਾ। ਹੁਣ ਭੁੱਟੋ ਫਿਰ ਤੋਂ ਆਮ ਵਾਂਗ ਪਿੰਡ ਵਿੱਚ ਵਿਚਰਨ ਲੱਗਿਆ ਸੀ। ਹੌਲੀ-ਹੌਲੀ ਸਾਲ ਬੀਤਦੇ ਗਏ। ਜਦੋਂ ਉਹ ਵੱਡੀ ਹੋਈ 9ਵੀਂ 10ਵੀਂ ਜਮਾਤ ਵਿੱਚ ਤਾਂ ਉਹਨੂੰ ਪਤਾ ਲੱਗਿਆ ਕਿ 10 ਸਾਲ ਪਹਿਲਾਂ ਜੋ ਭੁੱਟੋ ਨੂੰ ਫਾਂਸੀ ਲਾਈ ਗਈ ਸੀ, ਉਹ ਤਾਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਸੀ, ਜਿਹਨੂੰ 4 ਅਪ੍ਰੈਲ 1979 ਨੂੰ ਫਾਂਸੀ ਲਾਇਆ ਗਿਆ ਸੀ। ਤੇ ਪਿੰਡ ਵਾਲਾ ਭੁੱਟੋ ਉਨੀ ਦਿਨੀ ਆਪਣੇ ਨਾਨਕੇ ਮਲੇਰਕੋਟਲੇ ਪੜਨ ਲੱਗ ਗਿਆ ਸੀ। ਹੁਣ ਪਿੰਕੀ ਦੇ ਮਨ ਤੋਂ ਸਾਰਾ ਬੋਝ ਉਤਰ ਗਿਆ, ਕਿਉਂਕਿ ਭੁੱਟੋ ਦੇ ਭੂਤ ਦਾ ਅਸਲੀ ਸੱਚ ਉਸਦੇ ਸਾਹਮਣੇ ਆ ਚੁੱਕਿਆ ਸੀ। ਸੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ।